ਫਾਸਟਵੇ ਦੇ ਪਿਆਰੇ ਦਰਸ਼ਕੋ, ਡਾਕਟਰ ਵਿਸ਼ਵ ਬੰਧੂ ਦੀ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇੱਕ ਵਾਰ ਫਿਰ ਲੜੀਵਾਰ ਪ੍ਰੋਗਰਾਮ ਇਤਿਹਾਸਿਕ ਅੰਮ੍ਰਿਤਸਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਤਿਹਾਸਿਕ ਸੰਸਥਾਨ, ਸਮਾਰਕ ਅਤੇ ਮਹੱਤਵਪੂਰਨ ਧਾਰਮਿਕ ਸਥਲਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਇਸ ਵਾਰੀ ਅਸੀਂ ਤੁਹਾਨੂੰ ਮਜੀਠੇ ਦੇ ਨਾਲ 5 ਕਿਲੋਮੀਟਰ ਦੂਰ ਵਸੇ ਪਿੰਡ ਭੂਮਾ, ਜਿੱਥੇ ਰੋਡੇ ਸ਼ਾਹ ਦੀ ਸਮਾਧ ਹੈ, ਇੱਥੇ ਲੈ ਕੇ ਆਏ ਹਾਂ ਔਰ ਇਸ ਦੇ ਬਾਰੇ ਤੁਹਾਨੂੰ ਇਤਿਹਾਸਿਕ ਜਾਣਕਾਰੀ ਦੇਵਾਂਗੇ। ਭਾਰਤ ਇੱਕ ਵਿਚਿੱਤਰ ਔਰ ਵਿਸ਼ਾਲ ਦੇਸ਼ ਹੈ, ਜਿਸ 'ਚ ਕਈ ਪ੍ਰਕਾਰ ਦੇ ਧਰਮ ਸਥਾਪਿਤ ਹਨ। ਹਿੰਦੂ, ਸਿੱਖ, ਮੁਸਲਿਮ, ਪਾਰਸੀ, ਈਸਾਈ, ਬੁੱਧ, ਜੈਨ। ਇਹਨਾਂ ਧਰਮਾਂ ਤੋਂ ਇਲਾਵਾ ਵੀ ਕਈ ਪ੍ਰਕਾਰ ਦੇ ਸਾਧੂ ਸੰਤ, ਸੂਫੀ ਸੰਤ, ਸਾਧਵੀਆਂ, ਇਹਨਾਂ ਨੂੰ ਵੀ ਪੂਜਿਆ ਜਾਂਦਾ ਹੈ। ਇਹਨਾਂ ਤੋਂ ਇਲਾਵਾ ਕਈ ਪ੍ਰਕਾਰ ਦੇ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਹੈ। ਬੈਲ, ਗਾਏ, ਸੱਪ, ਚੂਹਾ, ਹਾਥੀ, ਸ਼ੇਰ। ਭਾਰਤ ਵਿੱਚ ਵੱਖ-ਵੱਖ ਕਿਸਮ ਦੇ ਬਾਬੇ ਹੋਏ। ਇੱਕ ਬਾਬਾ ਨੀਮ ਕਰੋਲੀ ਸਾਹਿਬ, ਜੋ ਕਿ ਨੈਨੀਤਾਲ ਦੇ ਕੋਲ ਰਹਿੰਦੇ ਸਨ, ਉਹਨਾਂ ਦੇ ਕੋਲ ਸਟੀਵ ਜੌਬ ਆਏ। ਸਟੀਵ ਜੌਬ ਉਹੀ ਜਿਨ੍ਹਾਂ ਨੇ ਬਾਅਦ ਦੇ ਵਿੱਚ ਐਪਲ ਦੀ ਸਥਾਪਨਾ ਕੀਤੀ। ਉਹ ਉਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਸ ਦੇ ਕੋਲ ਕਈ ਸਮਾਂ ਰਹੇ ਔਰ ਜਿਸ ਵਕਤ ਉਹ ਵਾਪਸ ਗਏ ਤੇ ਉਹਨਾਂ ਨੇ ਐਪਲ ਕੰਪਨੀ ਦੀ ਸਥਾਪਨਾ ਕੀਤੀ। ਇਸੇ ਤਰ੍ਹਾਂ 1967 ਦੇ ਵਿੱਚ ਇੱਕ ਸਿਪਾਹੀ ਸਨ, ਹਰਭਜਨ ਸਿੰਘ, ਜੋ ਕਿ ਅੱਜ ਬਾਬਾ ਹਰਭਜਨ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਨੇ। ਉਹਨਾਂ ਨੇ ਨੱਥੂਲਾ ਪਾਸ ਦੇ ਵਿੱਚ ਉਹਨਾਂ ਦੇ ਨਾਂ ਦਾ ਅੱਜ ਗੁਰਦੁਆਰਾ ਬਣਿਆ ਹੈ ਔਰ ਲੋਕੀ ਆ ਕੇ ਉਹਨਾਂ ਦੀ ਪੂਜਾ ਕਰਦੇ ਨੇ। 9 ਗਜ ਪੀਰ ਇੱਕ ਮੰਦਿਰ ਬਣਿਆ ਹੋਇਆ ਹੈ। ਇਸ ਮੰਦਿਰ ਤੇ ਲੋਕੀ ਆ ਕੇ ਘੜੀਆਂ ਚੜਾਉਂਦੇ ਨੇ। ਖਾਸ ਤੌਰ ਤੇ ਟਰੱਕ ਡਰਾਈਵਰ, ਜਿਨ੍ਹਾਂ ਦਾ ਸਫ਼ਰ ਜਿਹੜਾ ਰੁਕ ਜਾਂਦਾ ਹੈ, ਉਹ ਇਸ ਜਗ੍ਹਾ ਆ ਕੇ ਘੜੀ ਚੜਾਉਂਦੇ ਨੇ, ਇਸ ਆਸ ਨਾਲ ਕਿ ਬਾਅਦ ਵਿੱਚ ਉਹਨਾਂ ਦਾ ਟਰੱਕ ਜਿਹੜਾ ਸਹੀ ਸਲਾਮਤ ਉੱਥੇ ਪਹੁੰਚ ਜਾਏਗਾ। ਸ਼ਹੀਦ ਬਾਬਾ ਨਿਸ਼ਾਤ ਸਿੰਘ, ਇਸ ਦੀ ਗੁਰਦੁਆਰਾ ਹੈ ਜੋ ਕਿ ਜਲੰਧਰ ਵਿਖੇ ਸਥਾਪਿਤ ਹੈ ਔਰ ਮੰਨਿਆ ਜਾਂਦਾ ਹੈ ਕਿ ਜਿਨੀ ਬਾਹਰ ਜਾਣਾ ਹੋਏ, ਉਨੀ ਵੀਜ਼ਾ ਲਗਵਾਉਣਾ ਹੋਏ ਤੇ ਇੱਥੇ ਮੱਥਾ ਟੇਕੇ। ਫਿਰ ਇੱਕ ਬੁਲਟ ਬਾਬਾ ਨੇ ਜੋ ਜੋਧਪੁਰ ਦੇ ਕੋਲ ਜਿਨ੍ਹਾਂ ਦਾ ਮੰਦਿਰ ਹੈ। ਕਹਿੰਦੇ ਨੇ ਬੁਲਟ ਦੇ ਉੱਤੇ ਇਸ ਬੰਦੇ ਦਾ ਐਕਸੀਡੈਂਟ ਹੋਇਆ ਸੀ
और एक्सीडेंट के बाद यह मर गया और इसका बुलेट पुलिस ने थाने लिया के रखा। वो सवेरे बंद के रखते सन तो शाम को बुलेट अपनी एक्सीडेंट की जगह पर पुज जाता सी। अज इस जगह पर बुलेट नूं रख के, बुलेट मोटरसाइकिल नूं रख के इसकी पूजा की जाती है और लोग दूरों दूरों इसनूं मनन करते और इसकी पूजा करते हैं। इस तरह कलकत्ते दे विच एक माता का मंदिर है जिहदे च चाइनीज़ माता है जो कि फ्राइड राइस अते नूडल्स दे नाल जुड़ी हुई उसकी गाथा है और उसकी भी पूजा की जाती है। दोस्तों, हिंदुस्तान जिस जगह दे विच राम, कृष्ण, शिव जी, ब्रह्मा, विष्णु, महेश कई देवी देवता होए और उन्होंने पूजा जाता है, उन्होंने तो इलावा कई प्रकार के बाबे ने, कई प्रकार के साधु संत ते साधवियाँ ने जिन्होंने पूजा जाता है। और इसी प्रकार अज असी तुहानू लैके आए हैं बाबा रोडे शाह। ये वो समाध है जिहड़ी कि 1924 दे विच स्थापित हुई और इस जगह दे विच शराब दिती जाती है। दोस्तों, हिंदुस्तान दे विच राधा कृष्ण, राम सीता, शिव पार्वती, ब्रह्मा, विष्णु, महेश जैसे कई देवी देवता हुए। इन्हां तो इलावा साधु साधवी और कई प्रकार के संत इस जगह च पूजे जाते हैं। असी थानू यह दसना चाहते हैं अज कि मजीठिया दे कोल भूमा पिंड दे विच वसिया एक रोडे शाह की समाध जिस दी पूजा की जाती है। ਇੱਥੇ शराब का चढ़ावा चढ़ता है और इसी का प्रसाद दिता जाता है। आओ इस दे बारे असी तुहानू जानकारी देइए। बाबा रोडे शाह जी का इतिहास इस प्रकार है कि इन्हां दा जन्म तिमान पिंड गुरदासपुर के कोल होया। इन्हां दे पिता शाम सिंह दे तीसरे नंबर के पुत्र सन और यह हमेशा चुप रहते सन। इन्हां दा वड्डा भरा पाला बहुत ही पहलवान सी और पिंड च उहदा बड़ा नां सी। एक दिन पाले ने इनू वैसे ही चैलेंज किया, ओए रोडिया, इनू रोडा इसलिए कहते हैं क्योंकि इन्हें सिन बनवा के रखा होया सी, बाल नहीं सी रखते। उन्हें कहा, रोडिया मैनू जफा पा तो देख मैं किवें छुड़ाना आ। रोडे ने उन्होंने जफा पा लिया। पाला सारा जोर ला हटिया लेकिन जफा ना छुड़ा सकिया।
ਉਸਨੇ ਅਖੀਰ ਤੰਗ ਆ ਕੇ ਕਿਹਾ ਉਹ ਰੋਡਿਆ ਛੱਡ ਮੈਨੂੰ। ਉਸਨੇ ਛੱਡ ਦਿੱਤਾ ਔਰ ਜਿਸ ਵਕਤ ਛੱਡਿਆ ਤੇ ਪਾਲੇ ਨੂੰ ਗੁੱਸਾ ਬੜਾ ਸੀ ਕਿਉਂਕਿ ਉਸਦੀ ਬੇਇੱਜ਼ਤੀ ਹੋ ਗਈ ਸੀ, ਸਾਰਾ ਪਿੰਡ ਵੇਖਦਾ ਪਿਆ ਸੀ। ਉਸਨੇ ਰੋਡੇ ਦਾ ਹੱਥ ਫੜਿਆ ਔਰ ਉਸਦੀ 3 ਉਂਗਲਾਂ ਤੋੜ ਦਿੱਤੀਆਂ। ਰੋਡਾ ਕੁਛ ਨਾ ਬੋਲਿਆ ਔਰ ਚੁੱਪਚਾਪ ਚਲਾ ਗਿਆ। ਇਸ ਪ੍ਰਕਾਰ ਰੋਡੇ ਨੇ ਇੱਕ ਦਿਨ ਘਰ ਛੱਡ ਦਿੱਤਾ ਔਰ ਇੱਧਰ ਉੱਧਰ ਵਿਚਰਨ ਲੱਗ ਪਿਆ। ਘੁੰਮਦਾ ਘੁਮਾਉਂਦਾ ਉਹ ਇੱਥੇ ਦੇ ਨਾਲ ਪਿੰਡ ਭੂਮਾ ਕੋਲ ਆ ਕੇ ਘੁੰਮਦਾ ਰਿਹਾ। ਇੱਥੇ ਆ ਕੇ ਵਸ ਜਾ ਗਿਆ। ਉਸ ਦੀ ਭੈਣ ਵੀ ਇਸੇ ਪਿੰਡ ਦੇ ਵਿੱਚ ਰਹਿੰਦੀ ਸੀ। ਜਿਸ ਵੇਲੇ ਉਹਨੂੰ ਪਤਾ ਲੱਗਾ ਤੇ ਉਹ ਰੋਡੇ ਨੂੰ ਮਿਲਣ ਆਈ, ਲੇਕਿਨ ਲੋਕ ਉਸ ਵਕਤ ਸ਼ਰਮਾਉਂਦੇ ਹੁੰਦੇ ਸਨ। ਉਹ ਉਸ ਦੇ ਨਾਲ ਗੱਲਬਾਤ ਤਾਂ ਉਹਨੇ ਕੀਤੀ ਔਰ ਉਹਨੂੰ ਘਰ ਚੱਲਣ ਲਈ ਕਿਹਾ, ਲੇਕਿਨ ਉਹ ਨਹੀਂ ਚੱਲਿਆ ਔਰ ਰੋਡਾ ਕੁਛ ਦੇਰ ਲਈ ਗਾਇਬ ਹੋ ਗਿਆ। ਬਾਅਦ ਵਿੱਚ ਦੁਬਾਰਾ ਰੋਡਾ ਇਸ ਪਿੰਡ ਵਿੱਚ ਦਿਖਾਈ ਦਿੱਤਾ ਤੇ ਉਸ ਦੀ ਭੈਣ ਨੇ ਉਹਨੂੰ ਇੱਥੇ ਹੀ ਲੈ ਆਂਦਾ ਔਰ ਉਸ ਤੋਂ ਬਾਅਦ ਰੋਡੇ ਸ਼ਾਹ ਜੀ ਇਸੀ ਜਗ੍ਹਾ 'ਤੇ ਆ ਕੇ ਬਸ ਗਏ ਔਰ ਇੱਥੇ ਹੀ ਉਹਨਾਂ ਨੇ ਇੱਕ ਮਚਾਨ ਜਿਹੀ ਬਣਾ ਲਈ, ਉਹਦੇ ਉੱਤੇ ਹੀ ਰਹਿੰਦੇ ਸਨ। ਸਾਧਾਰਨ ਜੀਵਨ, ਜੇ ਕੋਈ ਰੋਟੀ ਦੇ ਜਾਂਦਾ ਤੇ ਖਾ ਲੈਂਦੇ। ਲੇਕਿਨ ਇੱਕ ਗੱਲ ਸੀ, ਰੋਡੇ ਸ਼ਾਹ ਜੀ ਦੇ ਕੋਲ ਲੋਕਾਂ ਨੇ ਆਉਣਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਦੀ ਇੰਨੀ ਮਾਨਤਾ ਹੋ ਗਈ ਕਿਉਂਕਿ ਉਹ ਜੋ ਕੁਛ ਆਉਂਦੇ ਸੀ, ਜੋ ਕੋਈ ਮੰਗਦਾ ਸੀ, ਉਸ ਨੂੰ ਉਹ ਮਿਲਦਾ ਸੀ। ਔਰ ਇਸ ਪ੍ਰਕਾਰ ਰੋਡਾ ਸ਼ਾਹ ਹੌਲੀ ਹੌਲੀ ਲੋਕਾਂ ਵਿੱਚ ਮਸ਼ਹੂਰ ਹੋ ਗਏ। 1924 ਵਿੱਚ ਰੋਡੇ ਸ਼ਾਹ ਜੀ ਦਾ ਦੇਹਾਂਤ ਹੋ ਗਿਆ ਔਰ ਇਸੀ ਥਾਂ 'ਤੇ ਉਹਨਾਂ ਦੀ ਮਜ਼ਾਰ ਬਣਾਈ ਗਈ ਔਰ ਅੱਜ ਅਸੀਂ ਦੇਖਦੇ ਹਾਂ ਲੱਖਾਂ ਸ਼ਰਧਾਲੂ ਇੱਥੇ ਆ ਕੇ ਮੱਥਾ ਟੇਕਦੇ ਨੇ। ਕਹਿੰਦੇ ਨੇ ਇੱਕ ਵਾਰੀ ਇੱਕ ਵਪਾਰੀ ਦੇ ਘਰ ਔਲਾਦ ਨਹੀਂ ਸੀ ਹੋ ਰਹੀ। ਉਸਨੇ ਰੋਡੇ ਸ਼ਾਹ ਜੀ ਦੇ ਕੋਲ ਵਰ ਮੰਗਿਆ ਕਿ ਉਹਨਾਂ ਦੇ ਘਰ ਔਲਾਦ ਹੋਏ ਔਰ ਰੋਡੇ ਸ਼ਾਹ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਔਰ ਉਹਨਾਂ ਦੇ ਘਰ ਔਲਾਦ ਹੋ ਗਈ। ਉਹ 500 ਰੁਪਏ ਦਾ ਪ੍ਰਸ਼ਾਦ ਲੈ ਕੇ ਇੱਥੇ ਆਇਆ, ਲੇਕਿਨ ਰੋਡੇ ਸ਼ਾਹ ਜੀ ਨੇ ਕਿਹਾ ਮੈਨੂੰ ਪ੍ਰਸ਼ਾਦ ਨਹੀਂ, ਮੈਨੂੰ ਸ਼ਰਾਬ ਚਾਹੀਦੀ ਹੈ। ਉਹ ਬੜਾ ਹੈਰਾਨ ਹੋਇਆ, ਬਾਬਾ ਜੀ ਤੇ ਸ਼ਰਾਬ ਪੀਂਦੇ ਨਹੀਂ, ਲੇਕਿਨ ਉਹ ਕਹਿਣ 'ਤੇ ਸ਼ਰਾਬ ਲੈ ਕੇ ਆਇਆ। ਉਹਨਾਂ ਨੇ ਸ਼ਰਾਬ ਦਾ ਚੜਾਵਾ ਚੜਵਾਇਆ ਔਰ ਲੋਕਾਂ ਦੇ ਵਿੱਚ ਵੰਡ ਦਿੱਤੀ। ਬਸ ਉਸ ਦਿਨ ਤੋਂ ਇੱਥੇ ਪ੍ਰਥਾ ਪ੍ਰਚਲਿਤ ਹੈ। ਲੋਕ ਇੱਥੇ ਪੁੱਤਰ ਦੀ ਮੰਨਤਾ ਦੇ ਲਈ ਆਉਂਦੇ ਨੇ ਔਰ ਪੁੱਤਰ ਜਦੋਂ ਮਿਲਦਾ ਹੈ ਉਦੋਂ ਜਾਂ ਕੋਈ ਹੋਰ ਮੁਰਾਦ ਪੂਰੀ ਹੁੰਦੀ ਹੈ, ਇੱਥੇ ਆ ਕੇ ਸ਼ਰਾਬ ਚੜਾਉਂਦੇ ਨੇ ਔਰ ਉਸੀ ਦਾ ਪ੍ਰਸ਼ਾਦ ਜਿਹੜਾ ਲੋਕਾਂ ਦੇ ਵਿੱਚ ਦੇ ਦਿੱਤਾ ਜਾਂਦਾ ਹੈ। ਤੁਸੀਂ ਦੇਖਿਆ ਹੁਣ ਅੰਦਰ ਇੱਕ ਬੋਤਲ ਪਈ ਹੈ, ਉਹਦੇ ਉੱਤੇ ਕੁੱਪੀ ਲੱਗੀ ਹੋਈ ਹੈ। ਲੋਕ ਉਸ ਬੋਤਲ ਦੇ ਵਿੱਚ ਸ਼ਰਾਬ ਪਾਉਂਦੇ ਨੇ। ਜਿਸ ਵੇਲੇ ਉਹ ਬੋਤਲ ਭਰ ਜਾਂਦੀ ਹੈ, ਉਸ ਬੋਤਲ ਨੂੰ ਉਹ ਨਾਲ ਪਏ ਬਾਲਟੀ ਦੇ ਵਿੱਚ ਉਲਟਾ ਦਿੱਤਾ ਜਾਂਦਾ ਹੈ ਔਰ ਇਸੀ ਪ੍ਰਕਾਰ ਇਹ ਸਾਰਾ ਦਿਨ ਸ਼ਰਾਬ ਦਾ ਚੜਾਵਾ ਚੜ੍ਹਦਾ ਰਹਿੰਦਾ ਹੈ ਔਰ ਬਾਅਦ ਦੇ ਵਿੱਚ ਇਸੀ ਦਾ ਪ੍ਰਸ਼ਾਦ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਉਹਨਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਮੇਰੇ ਨਾਲ ਨੇ ਫਤਿਹਗੜ੍ਹ ਚੂੜੀਆਂ ਤੋਂ ਆਈ ਕਬੱਡੀ ਦੀ ਟੀਮ, ਜਿਹੜੀ ਹੁਣੀ ਇਸ ਬਾਬਾ ਜੀ ਦੇ ਯਾਦ ਦੇ ਵਿੱਚ ਕਰਾਏ ਜਾ ਰਹੇ ਕਬੱਡੀ ਦੇ ਮੈਚ ਵਿੱਚ ਪਾਰਟਿਸਿਪੇਟ ਕਰਨ ਜਾ ਰਹੇ ਨੇ। ਆਓ ਇਹਨਾਂ ਦੇ ਮੁੱਖ ਕਪਤਾਨ ਦੇ ਕੋਲੋਂ ਪੁੱਛੀਏ ਕਿ ਇਸ ਜਗ੍ਹਾ 'ਤੇ ਕਿਉਂ ਆਏ ਨੇ ਔਰ ਕਿਸ ਕਰਕੇ ਔਰ ਕੀ ਕਾਰਨ ਹੈ ਕਿ ਉਹ ਇੱਥੇ ਮੱਥਾ ਟੇਕਣ ਆਏ ਨੇ। ਬਾਬਾ ਫਰੀਦ ਜੀ ਸਪੋਰਟਸ ਕਬੱਡੀ ਕਲੱਬ ਪਿੰਡ ਤਲਵੰਡੀ ਨਾਰ ਵੱਲੋਂ ਅਸੀਂ ਇੱਥੇ ਆਏ ਆ ਮੱਥਾ ਟੇਕਣ ਤੇ ਬਾਬਾ ਜੀ ਦਾ ਆਸ਼ੀਰਵਾਦ ਅਸੀਂ ਲੈਣ ਆਏ ਆ, ਕਿਉਂਕਿ ਅੱਜ ਅਸੀਂ ਮੈਚ ਖੇਡਣਾ ਇੱਥੇ ਤੇ ਇਹ ਕਰਕੇ ਬਾਬਾ ਜੀ ਦੇ ਆਸ਼ੀਰਵਾਦ ਲੈਣ ਆਏ ਆ ਤੇ ਕਿਉਂਕਿ ਸਾਰੀ ਟੀਮ ਸਾਡੀ ਸਹੀ ਸਲਾਮਤ ਖੇਡੇ ਤੇ ਬਾਬਾ ਬਹੁਤ ਬਹੁਤ ਤਰੱਕੀਆਂ ਦੇਵੇ।
ਬਾਬਾ ਜੀ ਦੀ ਸਮਾਧ ਤੇ ਸਾਡੇ ਸਾਹਮਣੇ ਇੱਕ ਹੋਰ ਸ਼ਰਧਾਲੂ ਆਏ ਨੇ, ਆਓ ਇਹਨਾਂ ਨੂੰ ਪੁੱਛੀਏ। ਸਰ ਤੁਹਾਡਾ ਨਾਮ? ਸਰ ਮੇਰਾ ਨਾਮ ਕੁਲਦੀਪ ਸਿੰਘ ਹੈਪੀ ਹੈ ਜੀ। ਮੈਂ ਪਿੰਡ ਢਡਿਆਲੇ ਨਾਲ ਤੋਂ ਹਾਂ। ਇੱਧਰ ਨੂੰ ਕਿਤੇ ਵੀ ਇੱਧਰ ਨੂੰ ਆਈ ਜਾਈਦਾ, ਬਾਬਾ ਜੀ ਦਾ ਨਮਸਤਕ ਹੋ ਕੇ ਜ਼ਰੂਰ ਜਾਈਦਾ, ਕਿਉਂਕਿ ਇਹ ਬਾਬਾ ਜੀ ਇੱਕ ਇਹੋ ਜਿਹੇ ਨੇ ਕਿ ਕਿਸੇ ਵੀ ਹਰ ਪੱਖ ਦਾ ਬੰਦਾ ਜਿਹੜਾ ਇੱਥੇ ਕੋਈ ਹਰ ਕੋਈ ਭਗਤ ਆਉਂਦਾ, ਕਿਸੇ ਵੀ ਜੱਟ ਹੋਇਆ, ਹਰ ਕੋਈ ਬਰਾਦਰੀ ਇੱਥੇ ਮੱਥਾ ਟੇਕਣ ਨਮਸਤਕ ਆਉਂਦੀ ਹੈ ਅਤੇ ਬਾਬਾ ਜੀ ਉਹਨਾਂ ਦੀ ਮਨੋ ਮੁਰਾਦ ਵੀ ਪੂਰੀ ਕਰਦੇ ਨੇ। ਜੋ ਵੀ ਸੁੱਖਣਾ ਸੁੱਖਦਾ ਇੱਥੇ ਕੋਈ ਵੀ ਆ ਕੇ ਉਹਦੀ ਸੁੱਖਣਾ ਜ਼ਰੂਰ ਪੂਰੀ ਹੁੰਦੀ ਹੈ। ਤੋਂ ਮੇਲੇ 'ਤੇ ਫਿਰ ਆ ਕੇ ਪੂਰੀਆਂ ਰੌਣਕਾਂ ਲਾਉਂਦੇ ਨੇ ਔਰ ਬਾਬਾ ਜੀ ਦੀ ਚਹਿਲ ਮਹਿਲ ਹੁੰਦੀ ਹੈ ਔਰ ਸੰਗਤਾਂ ਪ੍ਰਸ਼ਾਦਾ ਵੀ ਛਕਦੀਆਂ, ਜਲ ਛਕਦੀਆਂ ਨੇ ਔਰ ਪ੍ਰਸ਼ਾਦ ਦੇ ਰੂਪ ਵਿੱਚ ਜੋ ਇੱਥੇ ਚੜ੍ਹਾਏ ਜਾਂਦੇ ਉਹ ਵੀ ਛਕਦੇ ਨੇ ਅਤੇ ਬਹੁਤ ਵਧੀਆ ਲੱਗਦਾ ਜੀ ਇੱਥੇ ਆ ਕੇ। ਬਾਬਾ ਜੀ ਤੁਹਾਡਾ ਨਾਮ? ਹਰਪਾਲ ਸਿੰਘ। ਬਾਬਾ ਜੀ ਇੱਥੇ ਕੀ ਕਰਦੇ ਤੁਸੀਂ? ਇੱਥੇ ਸੇਵਾ ਕਰੀ ਦੀ ਬਾਬੇ ਦੀ, ਅੱਛਾ। ਤੇ ਉਹ ਬੋਤਲ ਭਰ ਕੇ ਤੇ ਬਾਲਟੀ 'ਚ ਪਾ ਦਈਦੀ ਆ, ਤੇ ਬਾਕੀ ਲਾਗੇ ਚਾਗੇ ਜਿਹੜੇ ਸ਼ਰਧਾਲੂ ਆਉਂਦੇ ਨਾ ਪੀਣਾ, ਉਹਨਾਂ ਨੂੰ ਆਖੀਦਾ ਵੀ ਬਾਹਰ ਚੱਲ ਜਾਓ, ਤੇ ਬਾਹਰ ਆਉਂਦੇ ਮੱਥਾ ਟੇਕ ਕੇ ਤੇ ਫਿਰ ਤੁਹਾਨੂੰ ਦੇ ਦਿੰਦੇ ਆ। ਤੇ ਬਾਬਾ ਜੀ ਇੱਥੇ ਰੋਜ਼ ਇਸ ਤਰ੍ਹਾਂ ਚੜਾਵਾ ਚੜਦਾ? ਰੋਜ਼ ਚੱਲਦਾ 24 ਘੰਟੇ। ਐਸੇ ਤਰ੍ਹਾਂ ਹੀ? ਹਾਂਜੀ 24 ਘੰਟੇ। ਸਭ ਤੋਂ ਜ਼ਿਆਦਾ ਕਿਸ ਦਿਨ ਹੁੰਦਾ? ਸਭ ਤੋਂ ਜ਼ਿਆਦਾ ਚੇਤ ਦੀ ਸੰਗਰਾਂਦ ਤੋਂ ਲੈ ਕੇ ਤੇ ਵਿਸਾਖ ਦੀ ਸੰਗਰਾਂਦ ਤੱਕ ਰੌਣਕਾਂ ਲੱਗੀਆਂ ਰਹਿੰਦੀਆਂ, ਤੇ ਸ਼ਰਾਬ ਦੀਆਂ ਤੇ ਜਨਤਾ ਦੀਆਂ ਵੀ, ਪਬਲਿਕ ਦੀਆਂ ਵੀ, ਦੂਰੋਂ ਨੇੜੋਂ ਬਾਹਰੋਂ ਅੰਦਰੋਂ ਆਉਂਦੇ ਆ, ਤੇ ਹਰ ਇੱਕ ਸ਼ਰਾਬ ਦੂਰੋਂ ਲੈ ਆਉਣ, ਬਾਹਰੋਂ ਲੈ ਆਉਣ, ਬਾਹਰ ਦੇ ਮੁਲਕਾਂ ਦੀਆਂ ਵੀ ਆਉਂਦੀਆਂ ਇੱਥੇ, ਤੇ ਜਿੱਥੋਂ ਲੈ ਆਉਣ ਕੋਈ ਰੁਕਾਵਟ ਨਹੀਂ ਰਾਹ ਦੇ ਵਿੱਚ, ਕੋਈ ਮੁਲਾਜ਼ਮ ਨਹੀਂ ਫੜ ਸਕਦਾ। ਜੇ ਦਾਸਤੀ ਕਰੂਗਾ ਤੇ ਉਹਦੇ ਰੁਕਾਵਟ ਉੱਤੇ ਪੈਣੀ ਆ, ਉਹਦੇ ਸਰੀਰ 'ਤੇ ਪੈਣੀ ਆ ਜਾਂ ਉਹਦੇ ਘਰ ਵਾਲਿਆਂ 'ਤੇ ਪੈਣੀ ਆ, ਤੇ ਉਹ ਜਿਹੜੀ ਸ਼ਰਾਬ ਆ ਉਹ ਜਦੋਂ ਜ਼ਬਰਦਸਤੀ ਫੜਨਗੇ ਉਹ ਪਾਣੀ ਹੋ ਜਾਣਾ। ਤੇ ਸ਼ਰਾਬ ਜਿਹੜੀ ਹੈ ਤੁਸੀਂ ਬੋਤਲ 'ਚ ਪਾਉਂਦੇ? ਇਹ ਬੋਤਲ 'ਚ ਸਾਧ ਸੰਗਤ ਆਣ ਕੇ ਪਾ ਦਿੰਦੀ, ਜਦੋਂ ਭਰ ਜਾਂਦੀ ਉਦੋਂ ਬਾਲਟੀ 'ਚ ਪਾ ਲਈਦੀ ਆ, ਤੇ ਜੇ ਬਾਲਟੀ 'ਚੋਂ ਵੱਧ ਜੇ ਤੇ ਫਿਰ ਅੰਦਰ ਪਾ ਲਈਦੀ ਆ, ਤੇ ਉਹ ਮੁੜ ਕੇ ਵਰਤਾ ਦਈਦੀ ਆ। ਤੇ ਕੋਈ ਨਹੀਂ ਦੇਖਦੇ ਤੁਸੀਂ ਕੀ ਵਲੈਤੀ ਹੈ, ਦੇਸੀ ਹੈ, ਸਾਰੀ ਇਕੱਠੀ? ਹਰ ਇੱਕ ਚੀਜ਼ ਸਾਰੀ ਇਕੱਠੀ ਪੈਣੀ ਆ ਤੇ ਇਕੱਠੀ ਵਰਤਾਈ ਜਾਣੀ ਆ। ਇਕੱਠੀ ਵਰਤਾਈ। ਫਾਸਟਵੇ ਦੇ ਪਿਆਰੇ ਦਰਸ਼ਕੋ, ਮੈਂ ਜਿਸ ਵਕਤ ਬਾਬਾ ਰੋਡੇ ਸ਼ਾਹ ਜੀ ਦੇ ਬਾਰੇ ਪੜ੍ਹ ਰਿਹਾ ਸੀ ਤਾਂ ਮੈਨੂੰ ਪੜ੍ਹ ਕੇ ਬੜੀ ਹੈਰਾਨਗੀ ਹੋਈ ਕਿ 2021 ਦੇ ਵਿੱਚ 25 ਮਾਰਚ 2021 ਨੂੰ ਰੋਡੇ ਸ਼ਾਹ ਦਾ ਮੇਲਾ ਲੱਗਾ, ਔਰ ਉਹ ਸਮਾਂ ਸੀ ਜਿਸ ਵਕਤ ਭਾਰਤ ਕੋਵਿਡ ਦੀ ਤਰਾਸਦੀ ਨਾਲ ਜੂਝ ਰਿਹਾ ਸੀ। ਲੇਕਿਨ ਕਿਹਾ ਜਾਂਦਾ ਹੈ ਉਸ ਖਬਰ ਦੇ ਅਨੁਸਾਰ ਇਸ ਜਗ੍ਹਾ 'ਚ ਲੋਕੀ ਸ਼ਰਧਾਲੂ ਖਚਾ ਖਚ ਭਰੇ ਹੋਏ ਸਨ। ਦੂਰ ਦੂਰ ਤੋਂ ਲੋਕ ਇੱਥੇ ਮੱਥਾ ਟੇਕਣ ਆਏ ਸਨ, ਔਰ ਉਸ ਵਕਤ ਗੁਰਨੇਕ ਸਿੰਘ ਜੀ ਇੱਥੇ ਦੇ ਸਰਪੰਚ ਸਨ। ਅੱਜ ਸਾਡਾ ਸੁਭਾਗਿਆ ਹੈ ਕਿ ਗੁਰਨੇਕ ਸਿੰਘ ਜੀ ਸਾਡੇ ਨਾਲ ਨੇ। ਆਓ ਇਹਨਾਂ ਕੋਲ ਇਸ ਬਾਬਾ ਰੋਡੇ ਸ਼ਾਹ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਲਈਏ। ਗੁਰਨੇਕ ਜੀ, ਤੁਹਾਡਾ ਫਾਸਟ ਵਿੱਚ ਬਹੁਤ ਬਹੁਤ ਸਵਾਗਤ ਹੈ। ਸਾਨੂੰ ਇਸ ਰੋਡੇ ਸ਼ਾਹ ਦੇ ਸਮਾਧ ਦੇ ਬਾਰੇ ਔਰ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ। ਇਹ ਜੋ ਤਪ ਸਥਾਨ ਹੈ ਸਮਾਧ ਬਾਬਾ ਰੋਡਾ ਜੀ ਦਾ, ਇਹ ਬਾਬਾ ਰੋਡਾ ਜੀ ਦਾ ਪਿਛਲਾ ਪਿੰਡ ਧਮਾਨ ਦੇ ਬੋਲਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਬਾਬਾ ਜੀ ਜਨਮ ਤੋਂ ਹੀ ਆਪਣੇ ਜੋ ਉਹਨਾਂ ਹੋਸ਼ ਸੰਭਾਲੀ ਆ, ਆਪਣੇ ਸਾਧੂ ਸੰਤਾਂ ਵਾਲੇ ਸੁਭਾਅ ਵਾਲੇ ਹੁੰਦੇ ਸਨ। ਉਹ ਆਪਣੇ ਜੋ ਬਾਬਾ ਜੀ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਪਿੰਡ ਵਿੱਚ ਜੋ ਉਹਨਾਂ ਦਾ ਖੇਤੀਬਾੜੀ ਦੇ ਖੂਹ ਹੁੰਦਾ ਸੀ, ਬਾਬਾ ਜੀ ਉਹਨਾਂ ਉੱਥੇ ਖੂਹ ਉੱਪਰ ਇੱਕ ਝੁੱਗੀ ਬਣਾ ਕੇ ਰਿਹਾ ਕਰਦੇ ਸਨ, ਅਤੇ ਉੱਥੇ ਆਪਣੇ ਨਾਮ ਲਿਆ ਭਗਤੀ ਕਰਿਆ ਕਰਦੇ ਸਨ। ਉਸੇ ਵੇਲੇ ਤੋਂ ਮਤਲਬ ਬਾਬਾ ਜੀ ਨੇ ਕੋਈ ਘਰ ਦਾ ਘਰੇਲੂ ਕੰਮ ਕਰਨਾ ਨਹੀਂ ਪਸੰਦ ਕੀਤਾ, ਤੋਂ ਆਪਣੇ ਪ੍ਰਭੂ ਦੀ ਭਗਤੀ ਵਾਸਤੇ ਹੀ ਮਤਲਬ ਆਪਣਾ ਸਮਾਂ ਪਾਸ ਕਰਦੇ ਸਨ। ਕੋਈ ਸਮਾਂ ਪਿੰਡ 'ਚ ਰਹਿਣ ਤੋਂ ਬਾਅਦ ਇਹ ਧਾਰੀਵਾਲ ਦੇ ਨਜ਼ਦੀਕ ਕੰਗ ਪਿੰਡ ਵਿੱਚ ਚਲੇ ਗਏ। 12 ਸਾਲ ਉੱਥੇ ਰਹੇ। ਉੱਥੇ ਹੀ ਬਾਬਾ ਜੀ ਇੱਦਾਂ ਹੀ ਆਪਣੇ ਚਲੋ ਰਾਮ ਨਾਮ ਜਪਦੇ ਸਨ, ਆਪਣੀ ਭਗਤੀ ਕਰਿਆ ਕਰਦੇ ਸਨ। ਉਸ ਤੋਂ ਧਾਰੀਵਾਲ ਲਾਗੋਂ ਕੰਗ ਤੋਂ ਬਾਅਦ ਇੱਥੇ ਬੁਰਜ ਨਵਾਂਬਾਦ ਪਿੰਡ ਕੱਲਰ ਵਿੱਚ ਉੱਥੇ ਆ ਗਏ। ਉੱਥੇ ਦਿਹਾੜੀ ਡੰਗ ਰਹੇ, ਅਤੇ ਫਿਰ ਇਹ ਜੋ ਤਪ ਸਥਾਨ ਬਣਿਆ ਸੱਜੇ ਸਾਡੇ ਸਮਾਧ ਬਣੀ ਹੈ, ਇੱਥੇ ਬਾਬਾ ਜੀ ਇੱਥੇ ਆ ਗਏ। ਇੱਥੇ 1896 ਵਿੱਚ ਆਏ ਸਨ। ਇੱਥੇ ਆਣ ਕੇ ਉਹਨਾਂ 4 ਠੂਣੀਆਂ ਲੱਕੜ ਦੀਆਂ ਗੱਡ ਕੇ ਉਸ ਦੇ ਉੱਪਰ ਆਪਣਾ ਮਣਾ ਬਣਾਇਆ ਸਕਦੇ ਸਨ।
ਤੇ ਉਹ ਬਣੇ ਪਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭਗਤੀ ਕਰਿਆ ਕਰਦੇ ਸਨ। ਸਵੇਰ ਦੀ ਸੁਬਾਹ ਹੁੰਦਿਆਂ ਇੱਕ ਵਾਰ ਉੱਠੇ ਖੱਬੇ ਹੱਥ ਵੱਲ ਨਹਿਰ ਪੈਂਦੀ, ਨਹਿਰ ਵੱਲ ਨੂੰ ਇਸ਼ਨਾਨ ਪਾਣੀ ਕਰਨ ਜਾਂ ਫਿਰ ਅੰਦਰ ਮੱਥੇ ਜਾਂਦੇ ਕਰਨ ਸਨ। ਉਹ ਆਣ ਕੇ ਫਿਰ ਦੁਬਾਰਾ ਇੱਥੇ ਬੈਠ ਕੇ ਭਗਤੀ ਕਰਿਆ ਕਰਦੇ ਸਨ। ਬਾਬਾ ਜੀ ਹੁਣੀ 4 ਭਰਾ ਸਨ। ਇੱਥੇ ਬਾਬਾ ਜੀ ਜਦੋਂ ਆਣ ਕੇ ਰਿਹਾ ਭਗਤੀ ਕਰਿਆ ਕਰਦੇ ਸਨ। ਸਵੇਰ ਲਾਗੇ ਸਾਡੇ ਪਿੰਡਾਂ ਦੇ ਜ਼ਿਮੀਂਦਾਰ ਜੋ ਕੰਮਾਂ ਕਰਨ ਵਾਲੇ ਬਾਬਾ ਜੀ ਲਾਗੇ ਆ ਕੇ ਸਲਾਹ ਮਸ਼ਵਰਾ ਕਰਦੇ ਬੈਠੇ ਰਹਿੰਦੇ ਸਨ। ਅਤੇ ਇਹਦਾ ਬਾਬਾ ਜੀ ਨਾਲ ਬਚਾਅ ਵਟਾਂਦਾ ਕਰਦੇ ਰਹਿਣਾ, ਬਾਬਾ ਜੀ ਨੇ ਗੱਲਾਂ ਬਾਤਾਂ ਕੋਲ ਕਰਦੇ ਰਹਿਣਾ। ਇਸੇ ਭਗਤੀ ਦੌਰਾਨ ਹੀ ਸਾਡੇ ਪਿੰਡ ਦੇ ਸਰਦਾਰ ਜਾਗਰ ਸਿੰਘ ਜੱਟ ਪਰਿਵਾਰ ਹੋਏ ਸਨ। ਉਹਨਾਂ ਦੇ ਘਰ ਔਲਾਦ ਨਹੀਂ ਸੀ ਹੁੰਦੀ। ਉਹ ਬਾਬਾ ਜੀ ਪਾਸ ਦੋਵੇਂ ਜੀ ਆਏ, ਬਾਬਾ ਜੀ ਜਾਂ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਇਹ ਕਹਿਣ ਲੱਗੇ ਵੀ ਅਸੀਂ ਕਹਣਾ ਪਰਮਾਤਮਾ ਕਿ ਤੁਸੀਂ ਅਰਦਾਸ ਬੇਨਤੀ ਕਰੋ ਤਾਂ ਅਸੀਂ ਵੀ ਕਰਾਂਗੇ। ਚਲੋ ਉਹਨਾਂ ਅਰਦਾਸ ਬੇਨਤੀ ਕੀਤੀ, ਉਹਨਾਂ ਦੇ ਘਰ ਲੜਕਾ ਪੈਦਾ ਹੋਇਆ, ਉਹਦਾ ਨਾਂ ਰਵੇਲ ਸਿੰਘ ਰੱਖਿਆ। ਫਿਰ ਉਹ 1.25 ਮਹੀਨੇ ਦੇ ਬਾਅਦ ਬਾਬਾ ਜੀ ਪਾਸ ਆਏ। ਉਹ ਕਹਿਣ ਲੱਗੇ ਵੀ ਸਾਡੀ ਮਨੋਕਾਮਨਾ ਪੂਰੀ ਹੋ ਗਈ ਹੈ ਅਤੇ ਅਸੀਂ ਹੁਣ ਜਾਂ ਸਾਡੇ 5 ਵਿਗੇ ਪੈਲੀ ਲੈ ਲਓ ਜਾਂ 500 ਰੁਪਈਆ ਲੈ ਲਓ। ਬਾਬਾ ਜੀ ਕਹਿੰਦੇ ਮੈਂ ਜੱਟ ਪਰਿਵਾਰ ਨਾਲ ਸੰਬੰਧ ਰੱਖਦਾ, ਮੈਂ ਪੈਲੀ ਆਪਣੀ ਛੱਡ ਆਇਆ ਅਤੇ ਮੈਨੂੰ ਕੋਈ ਇੰਟਰਸਟ ਨਹੀਂ, ਨਾ ਸਾਨੂੰ ਮਾਇਆ ਨਾ ਪਿਆਰ ਕੋਈ ਹੈਗਾ। ਤੁਸੀਂ ਆਪਣੇ ਘਰ ਜਾ ਕੇ ਖੁਸ਼ੀ ਖਿਆਲੀ ਜੋ ਮਰਜ਼ੀ ਕਰੋ। ਕੋਲ 5-10 ਬੰਦੇ ਬੈਠੇ ਸਨ ਇੱਥੇ ਖੁਸ਼ੀ ਵਾਲੀ ਸਾਈਡ 'ਤੇ। ਉਹ ਆਉਂਦੇ ਜਾਂਦੇ ਬਾਬਾ ਜੀ ਕਹਿੰਦੇ ਆ ਸਾਧ ਸੰਗਤ ਨੂੰ ਪੁੱਛ ਲਓ। ਉਹ ਕਹਿਣ ਲੱਗੇ ਬਾਬਾ ਜੀ ਖੁਸ਼ੀ ਦਾ ਮੌਕਾ, ਇਹਨੂੰ ਆਖੋ ਸ਼ਰਾਬ ਹੀ ਲੈ ਆਵੇ। ਬਾਬਾ ਜੀ ਕਹਿਣ ਲੱਗੇ ਵੀ ਚਲੋ ਤੂੰ ਭਗਤਾ ਇਹਨਾਂ ਸੰਗਤ ਨੇ ਕਹਿ ਦਿੱਤਾ ਤੂੰ ਰੋਜ਼ ਦੀ 1 ਬੋਤਲ ਲਿਆ ਕੇ ਤੇ ਇਹਨਾਂ ਵਿੱਚ ਵੰਡ ਲਿਆ ਕਰ। ਉਸ ਦਿਨ ਤੋਂ ਜਦੋਂ ਤੇਰਾ 500 ਰੁਪਇਆ ਪੂਰਾ ਹੋ ਜਾਏਗਾ ਬਿਨਾਂ ਸ਼ੱਕ ਬੰਦ ਕਰ ਦੇਂ। ਉਸ ਦਿਨ ਤੋਂ ਸ਼ਰਾਬ ਬਾਬਾ ਜੀ ਸ਼ਰਾਬ ਜਾਣੀ ਸ਼ੁਰੂ ਹੋ ਗਈ। ਬਾਬਾ ਜੀ ਆਪ ਕੋਈ ਨਸ਼ਾ ਨਹੀਂ ਕਰ, ਬਾਬਾ ਨੇ ਆਪ ਸ਼ਰਾਬ ਬਿਲਕੁਲ ਨਹੀਂ ਪੀਤੀ। ਉਸ ਦਿਨ ਤੋਂ ਜਦੋਂ ਇੱਥੇ ਉਹਨਾਂ ਕੋਲ ਔਲਾਦ ਹੋਈ ਤੇ ਉਹਨਾਂ ਆਪਣਾ 500 ਰੁਪਇਆ ਉਹਨਾਂ ਦਾ ਪੂਰਾ ਹੋ ਗਿਆ। ਉਸ ਤੋਂ ਬਾਅਦ ਕਿਸੇ ਦੀ ਕੋਈ ਸੁੱਖਣਾ, ਕਿਸੇ ਦੀ ਕੋਈ ਸੁੱਖਣਾ, ਅਤੇ ਉਹ ਮਤਲਬ ਸ਼ਰਧਾ ਅਨੁਸਾਰ ਲੋਕ ਆਉਂਦੇ ਹਨ। ਇਹ ਜਿਹੜਾ ਮੇਲਾ ਵਾ 23-24 ਮਾਰਚ ਨੂੰ ਦੇਸੀ ਦਾਗਰ ਚੇਤਨ ਮਨਾਇਆ ਜਾਂਦਾ ਹੈ। ਇਹ ਉਦੋਂ ਬਾਬਾ ਜੀ ਦੇ ਹੁੰਦਿਆਂ ਹੀ ਸੰਗਤ ਨੇ ਫੈਸਲਾ ਕੀਤਾ ਵੀ ਆਪਾਂ ਮੇਲਾ ਮਨਾਇਆ ਕਰੀਏ। ਪਰ ਬਾਬਾ ਜੀ ਨੇ ਕਿਹਾ ਵੀ ਮੇਲਾ ਨਾ ਮਨਾਓ, ਇਹ ਮੇਲਾ ਤੁਸੀਂ ਸੰਭਾਲ ਨਹੀਂ ਸਕਦੇ। ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ, ਆਪੇ ਪਰਮਾਤਮਾ ਕਰਨ ਵਾਲਾ। ਉਸ ਦਿਨ ਤੋਂ ਬਾਬਾ ਜੀ ਦੇ ਜੋ ਹੁੰਦਿਆਂ ਦੇ ਮੇਲੇ ਦਾ ਦਿਨ ਮਿਥਿਆ ਗਿਆ, ਉਦੋਂ ਤੋਂ ਮੇਲਾ ਲੱਗਦਾ ਚਲਾ ਆ ਰਿਹਾ। ਹੁਣ ਮੇਲੇ ਦੇ ਵਿੱਚ ਵੀ ਚਲੋ ਵੱਧ ਤੋਂ ਵੱਧ ਲੋਕ ਸੰਗਤ ਆਉਂਦੀ ਆ, ਹਿਮਾਚਲ ਤੋਂ ਲੈ ਕੇ ਦੂਜੇ ਸਟੇਟਾਂ ਦੇ ਨਾਲ ਕੇ ਮੱਥਾ ਟੇਕਦੇ, ਜੋ ਕਿ ਸ਼ਰਧਾ ਹੁੰਦੀ ਆ ਆਪਣੀ ਸ਼ਰਧਾ ਅਨੁਸਾਰ ਮੱਥਾ ਟੇਕਦੇ। ਜਾਂ ਜੋ ਕਿ ਇੱਥੇ ਇਕੱਲੀ ਸ਼ਰਾਬ ਨਹੀਂ, ਹੋਰ ਲੰਗਰ ਪਾਣੀ ਵੀ ਹਰੇਕ ਵਸਤੂ ਇੱਥੇ ਚੜ੍ਹਦੀ ਹੈ ਜੀ। ਸਰਪੰਚ ਸਾਹਿਬ ਇੱਕ ਹੋਰ ਗੱਲ ਦੱਸੋ, ਅਸੀਂ ਸੜਕ ਦੇ ਪਾਰ ਵੀ ਇੱਕ ਸਮਾਧ ਦੇਖੀ ਹੈ। ਉਹ ਜਿਹੜੀ ਸਮਾਧ ਹੈ ਜੀ ਬਾਬਾ ਜੀ ਚੇਲਾ ਬਾਬਾ ਭਗਤ ਸਿੰਘ ਹੋਇਆ ਕਰਦੇ ਸਨ। ਉਹਨਾਂ ਨੇ ਇੱਥੋਂ 2-4 ਇੱਟਾਂ ਖੜ ਕੇ ਖਾਦ ਖੜ ਕੇ ਉੱਥੇ ਆਪਣੀ ਜਗ੍ਹਾ ਤਿਆਰ ਕਰਤੀ। ਉਸ ਲਈ ਉੱਥੇ ਬਾਬਾ ਭਗਤ ਸਿੰਘ ਨੇ ਰਿਹਾ ਕਰਦੇ ਸਨ। ਤੇ ਅੱਜ ਤੁਸੀਂ ਉਹ ਜਿਹੜੀ ਕਬੱਡੀ ਦਾ ਮੈਚ ਹੈ ਉਹ ਵੀ ਹੈ ਬਾਬਾ ਜੀ ਦੇ ਅੰਡਰ ਲਗਾਇਆ ਜਾ ਰਿਹਾ। ਸਾਨੂੰ 1980 ਦੇ ਵਿੱਚ ਫਿਰ ਸਾਰੇ ਸੱਜਣਾ ਮਿੱਤਰਾਂ ਨੇ ਬੈਠ ਕੇ ਬਾਬਾ ਰੋਡ ਦੇ ਨਾਂ ਦੇ ਕਲੱਬ ਰਜਿਸਟਰਡ ਕਰਾਇਆ ਜੀ। 1980 ਤੋਂ ਅਸੀਂ ਟੂਰਨਾਮੈਂਟ ਕਰਵਾਉਂਦੇ ਚੱਲੇ ਆ ਰਹੇ ਹਾਂ। 47ਵਾਂ ਸਾਰਾ ਟੂਰਨਾਮੈਂਟ ਫਿਰ ਅੱਜ ਸ਼ੁਰੂ ਹੋ ਰਿਹਾ ਜੀ। ਫਾਸਟਵੇ ਦੇ ਪਿਆਰੇ ਦਰਸ਼ਕੋ, ਮੇਰੇ ਨਾਲ ਨੇ ਸਰਦਾਰ ਤਰਸੇਮ ਸਿੰਘ ਜੀ। ਆਓ ਇਹਨਾਂ ਕੋਲੋਂ ਅਖੰਡ ਪਾਠ ਸਾਹਿਬ ਦਾ ਜਿਹੜਾ ਭੋਗ ਪਾਇਆ ਗਿਆ ਉਸ ਦੇ ਬਾਰੇ ਜਾਣਕਾਰੀ ਹਾਸਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਬਾਬਾ ਰੋਡਾ ਜੀ ਦੇ ਤਪ ਸਥਾਨ 'ਤੇ ਸੰਗਤਾਂ ਨੇ ਸੁਖਣਾ ਸੁਖੀ ਹੁੰਦੀ ਹੈ, ਉਹਨਾਂ ਦੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ 11 ਪਾਠਾਂ ਦੀ ਲੜੀ ਜਿਹੜੀ ਆ ਇਹ ਇੱਥੇ ਰੱਖੀ ਗਈ ਸੀ। ਕਿਉਂਕਿ ਉੱਥੇ ਜਿਹੜੀ ਆ ਨਾ, ਉੱਥੇ ਮਰਜ਼ਾਦਾ ਨਹੀਂ ਆ, ਉੱਥੇ ਨਸ਼ਾ ਪਾਣੀ ਦਾ। ਇੱਥੇ ਵੀ ਅਲੱਗ ਅਸੀਂ ਜਿਹੜੀ ਜਗ੍ਹਾ ਵਾ, ਇਹ 1 ਸਾਲ ਦੇ ਵਿੱਚ ਅਸੀਂ 3 ਵਾਰ ਜਿਹੜੀ ਆ ਅਸੀਂ ਅਖੰਡ ਪਾਠ ਕਰਵਾਉਂਦੇ ਹਾਂ। ਦੁਸਹਿਰੇ ਦੇ
ਵਿਸਾਖੀ ਤੇ ਇਹ ਬਾਬਾ ਜੀ ਦੇ ਮੇਲੇ ਤੇ। ਐਰਕਾਂ ਵੀ ਬਾਬਾ ਜੀ ਦੇ ਸਥਾਨ ਤੇ 11 ਸ੍ਰੀ ਅਖੰਡ ਪਾਠ ਸਾਹਿਬ ਜਿਨ੍ਹਾਂ ਦੀ ਲੜੀ ਪਰਸੋਂ ਤੋਂ ਰੱਖੀ ਗਈ, ਉਹਨਾਂ ਦੇ ਸੰਪੂਰਨ ਭੋਗ ਪਾਏ ਗਏ ਹਨ। ਤੋਂ ਸੰਗਤਾਂ ਦਾ ਵੀ ਕਾਫੀ ਸੰਯੋਗ ਆ, ਇਸ ਪਿੰਡ ਦਾ ਵੀ, ਲਾਗੇ ਇਲਾਕੇ ਦਾ ਵੀ ਬਹੁਤ ਸੰਯੋਗ ਆ, ਕਿਉਂਕਿ ਬਾਬਾ ਜੀ ਦੇ ਦਰ ਤੇ ਜੋ ਵੀ ਸੁਖਣਾ ਸੁਖੀ ਦੀ ਆ ਉਹ ਮਨੋਕਾਮਨਾ ਪੂਰੀ ਹੁੰਦੀ ਆ। ਉਹਨਾਂ ਦੇ ਤਪ ਸਥਾਨ ਤੇ ਜੋ ਸੁਖਣਾ ਸੁਖੀ ਗਈ, ਉਹਨਾਂ ਦੇ ਸੰਬੰਧ ਦੇ ਵਿੱਚ ਜਿਨ੍ਹਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਹਨ, ਉਹਨਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਆ ਅੱਜ ਸੰਪੂਰਨ ਭੋਗ ਪਾਏ ਗਏ ਹਨ। ਤੇ ਲੰਗਰ ਜਿਹੜਾ ਉਹ ਡੇਰੇ ਤੇ ਸਾਰਾ ਤਿਆਰ ਹੋਇਆ। ਜਿਹੜਾ ਲੰਗਰ ਆ ਉਹ ਵੀ ਪਿੰਡ ਦੇ ਸੰਯੋਗ ਦੇ ਨਾਲ ਹੀ ਸਾਰਾ ਜਿੰਨਾ ਲੰਗਰ ਪਾਣੀਆਂ ਉਹ ਬਾਬਾ ਜੀ ਦੇ ਡੇਰੇ ਤੇ ਆ। ਉਹ ਉੱਥੇ ਡੇਰੇ ਤੇ ਹੀ ਦਿੱਤਾ ਜਾਏ। ਹਾਂਜੀ ਹਾਂਜੀ, ਉਹ ਉੱਥੇ ਵਰਤਾਇਆ ਜਾਊ। ਇਹ ਜਿਹੜਾ ਸ੍ਰੀ ਅਖੰਡ ਪਾਠ ਸਾਹਿਬ ਹੈ ਉਹ ਅਲੱਗ ਅਸੀਂ ਜਿਹੜਾ ਉਹ ਪਰੰਪਰਾ ਆਪਣੀ ਜਿਹੜੀ ਮਰਿਆਦਾ ਦੇ ਅਨੁਸਾਰ ਅਸੀਂ ਇੱਕ ਅਲੱਗ ਅਸੀਂ ਕਰਵਾਏ ਆ। ਅਸੀਂ ਇਸ ਵਕਤ ਬਾਬਾ ਰੋਡੇ ਸ਼ਾਹ ਜੀ ਦੀ ਸਮਾਧ ਦੇ ਸਾਹਮਣੇ ਸੜਕ ਦੇ ਪਾਰ ਵਸੀ ਦੂਸਰੀ ਸਮਾਧ ਜੋ ਭਗਤ ਸਿੰਘ ਦੀ ਸਮਾਧ ਹੈ, ਜੋ ਰੋਡੇ ਸ਼ਾਹ ਜੀ ਦਾ ਚੇਲਾ ਸੀ, ਉਸ ਦੀ ਸਮਾਧ ਹੈ। ਇਸ ਦੇ ਬਾਰੇ ਅਸੀਂ ਜਾਣਕਾਰੀ ਇੱਥੇ ਦੇ ਜਿਹੜੇ ਕਰਤਾ ਧਰਤਾ ਨੇ ਬਾਬਾ ਜੀ ਜਸਵੰਤ ਸਿੰਘ ਜੀ, ਇਹਨਾਂ ਦੇ ਕੋਲੋਂ ਲੈ ਰਹੇ ਆ। ਬਾਬਾ ਜੀ ਸਾਨੂੰ ਦੱਸਿਓ ਇਸ ਸਮਾਧ ਦੇ ਬਾਰੇ। ਇਹ ਬਾਬਾ ਜੀ ਦੇ ਬਾਬਾ ਰੋਡਾ ਜੀ ਦੇ ਸੇਵਾਦਾਰ ਸੀ ਸਰਦਾਰ ਬਾਬਾ ਭਗਤ ਸਿੰਘ। ਇੱਥੇ ਬਾਬਾ ਜੀ ਦੀ ਸੇਵਾ ਕਰਦੇ ਆ, ਉੱਥੇ ਬਾਬੇ ਬੰਦਗੀ ਕੀਤੀ, ਇੱਥੇ ਬਾਬੇ ਦੇ ਫੁੱਲ ਆ। ਤੇ ਦੋਵਾਂ ਸਮਾਧਾਂ ਤੇ ਜਿਹੜੀ ਵੀ ਕੋਈ ਸਰਦਾ ਨਾਲ ਅਰਦਾਸ ਕਰ ਜੇ ਬਿਨਾਂ ਬੋਲਿਓ ਮਹਾਰਾਜ ਜਾਣਦਾ, ਉਹ ਪੂਰੀਆਂ ਹੁੰਦੀਆਂ। ਪੁੱਤਰਾਂ ਦੀਆਂ, ਦੁੱਧਾਂ ਦੀਆਂ, ਹਰ ਗੱਲ ਦੀ ਜਿਹੜੀ ਕੋਈ ਸੁਖਣਾ ਭਾਵਨਾ ਨਾ ਇਹ ਅਰਦਾਸ ਕਰਕੇ ਮੱਥਾ ਟੇਕ ਜਾਵੇ, ਉਹਦੀ ਪੂਰੀ ਹੁੰਦੀ ਹੈ ਬਾਬੇ ਰੋਡੇ ਦੇ ਘਰ। ਕੋਈ ਘਾਟਾ ਨਹੀਂ, ਜਿਹੜੀ ਵੀ ਕੋਈ ਮੰਗ ਲੇ ਉਹ। ਤੇ ਬਾਬਾ ਜੀ ਇੱਥੇ ਵੀ ਉਸੇ ਤਰ੍ਹਾਂ ਸ਼ਰਾਬ ਚੜਾਈ ਜਾਂਦੀ ਹੈ? ਹਾਂਜੀ ਹਾਂਜੀ, ਇੱਕੋ ਗੱਲ ਆ, ਕੋਈ ਫਰਕ ਨਹੀਂ ਨਾ। ਜਗ੍ਹਾ ਦੋਵੇਂ ਬਾਬੇ ਰੋਡ ਦੀ ਆ, ਕੋਈ ਵੀ ਦੇ ਵੀ ਬਾਬੇ ਦੀ ਹੈ, ਕੋਈ ਮਾਸਾ ਫਰਕ ਜਿੰਨਾ ਨਹੀਂ ਹੈਗਾ। ਉੱਥੇ ਕੋਈ ਸੁੱਖ ਜੇ ਤਾਂ ਵੀ ਪੂਰੀ ਕਰਦਾ, ਇੱਥੇ ਵੀ ਸੁੱਖ ਜੇ ਤਾਂ ਵੀ ਪੂਰੀ ਕਰਦਾ। ਬਾਬਾ ਜੀ ਇੱਥੇ ਮੈਂ ਦੇਖਿਆ ਲੰਗਰ ਲੱਗ ਰਿਹਾ ਇਸੇ ਤਰ੍ਹਾਂ? ਇੱਕੋ ਗੱਲ ਹੈ, ਉੱਧਰ ਵੀ ਲੱਗਦਾ 24 ਘੰਟੇ, ਇੱਧਰ ਵੀ ਲੱਗਦਾ। ਛਕਾਂ ਦੇ ਮੱਸਿਆ ਤੇ ਬਾਹਰੋਂ ਸੰਗਤ ਵੀ ਐਤਵਾਰ ਆ ਜਾਂਦੀ ਹੈ ਲੈ ਕੇ, ਅੱਗੋਂ ਪਿੱਛੋਂ 24 ਘੰਟੇ ਲੰਗਰ ਜਦੋਂ ਕੋਈ ਮਰਜ਼ੀ ਬਾਹਰੋਂ ਲੈ ਆਵੇ। ਅਸੀਂ ਵੀ ਜਦੋਂ ਕੋਈ ਆਖੇ ਸੇਵਾਦਾਰ 10-20 ਜੀ ਆ ਜਾਣ ਨਾ, ਜਾਣਾ 100 ਜੀ ਆ ਗਿਆ ਲੰਗਰ ਪਕਾ ਦਿਓ, ਉਸ ਮਾਧੇ ਵੀ ਇੱਧਰ ਵੀ ਉਸ ਵੇਲੇ ਪਕਾਉਣ ਡਾ ਪੈਂਦੇ ਆ। ਆਟਾ ਕੋਟਾ ਹਰ ਇੱਕ ਚੀਜ਼ ਵਾਧੂ ਲੰਗਰ ਹਾਲ ਬਣੇ ਆ ਬਾਬੇ ਦੇ, ਬਣਾਏ ਇਹਨੇ ਆਪ ਹੀ ਆ। ਕਰਨਾਟਕਾ ਕਿੱਥੇ ਆ? ਕਰਨਾਟਕਾ ਤੋਂ ਸੰਗਤ ਇੱਥੇ ਆਉਂਦੀ ਆ। ਸਾਨੂੰ ਨਹੀਂ ਕੋਈ ਪਤਾ ਲੱਗਦਾ, ਉਦੋਂ ਪਤਾ ਲੱਗਦਾ ਜਦੋਂ ਮੱਥਾ ਟੇਕ ਕੇ ਦੱਸਦੇ ਆ ਅਸੀਂ ਫਲਾਣੀ ਜਗ੍ਹਾ ਤੋਂ ਆਏ ਆ। ਫੇਰ ਆਖਦੇ ਧੰਨਿਆ ਮਹਾਰਾਜ, ਸਗੋਂ ਅਸੀਂ ਦੇ ਪਿੰਡਾਂ ਦੇ ਮੂਰਖ ਆ। ਅਸੀਂ ਜਾਂ ਸਾਡਾ ਬਾਬਾ ਰੋਡਾ ਜਾ ਕੇ ਜਿੱਦਾਂ ਘਰ ਦਾ ਬੰਦਾ ਹੋਵੇ ਨਾ, ਉਦੋਂ ਘਰਦਿਆਂ ਨੂੰ ਹੁੰਦਾ ਵੀ ਜੇ ਆਪਣਾ ਹੀ ਆ ਕੇ ਤੇ ਬਾਹਰ ਦੇ ਜ਼ਿਆਦਾ ਸ਼ਰਧਾ ਰੱਖਦੇ ਆ। ਅਸੀਂ ਤਾਂ ਉੱਥੇ ਤਾਂ ਲੰਗਰ ਖਾ ਲਿਆ, ਚਾਹ ਪੀ ਲਈ ਤੇ ਬਾਬਾ ਜੋ ਵੀ ਮੰਗੀਏ ਨਾ ਮਾਲਕ ਕਰ, ਜੋ ਵੀ ਮੰਗੀਏ ਬਾਬੇ ਰੋਡੇ ਕੋ ਉਸੇ ਵੇਲੇ। ਪਰ ਹੈਗੇ ਮੂਰਖੇ ਸਿੱਧੇ ਅਸੀਂ ਬਿਲਕੁਲ ਹੀ ਚਿੱਟੇ ਨੇ ਪਾੜਿਆ ਤੇ ਇਹ ਜੋ ਮੰਗੀ ਉਹ ਪੂਰੀ ਕਰਦਾ। ਦੋਵੇਂ ਦਰਬਾਰਾਂ 'ਚ ਕੋਈ ਫਰਕ ਨਹੀਂ ਗਾ।
ਮੈਂ ਇਸ ਵਕਤ ਸਪੋਰਟਸ ਕੰਪਲੈਕਸ ਬਾਬਾ ਰੋਡੇ ਸ਼ਾਹ ਖੜਾ ਹਾਂ, ਜਿੱਥੇ ਬੱਚਿਆਂ ਦੇ ਕੋਲ ਕਬੱਡੀ ਦੇ ਮੈਚ ਖਿਲਾਏ ਜਾ ਰਹੇ ਨੇ। ਅੱਜ 60 ਕੇਜੀ ਦੇ ਥੱਲੇ ਵਾਲੇ ਬੱਚੇ ਜਿਹੜੇ ਨੇ ਉਹ ਖੇਲ ਰਹੇ ਨੇ ਔਰ ਕੱਲ੍ਹ ਹੈ ਓਪਨ ਮੈਚ ਹੋਏਗਾ। ਚਾरों तरफ ਲੋਕ ਬੈਠੇ, ਪਿੰਡ ਦੇ ਲੋਕ, ਔਰ ਇਸ ਦਾ ਮੇਨ ਮਕਸਦ ਇਹ ਹੈ ਕਿ ਬੱਚਿਆਂ ਦਾ ਰੁਝਾਨ ਜਿਹੜਾ ਹੈ ਖੇਡਾਂ ਵੱਲ ਪਾਇਆ ਜਾਏ, ਉਹਨਾਂ ਨੂੰ ਨਸ਼ਿਆਂ ਤੋਂ, ਕੰਪਿਊਟਰ ਤੋਂ, ਮੋਬਾਈਲ ਦੇ ਇਹ ਜਿਹੜੀਆਂ ਅਲਾਮਤਾਂ ਨੇ ਇਹਨਾਂ ਤੋਂ ਹਟਾ ਕੇ ਖੇਡਾਂ ਵਿੱਚ ਪਾਇਆ ਜਾਏ। ਮੇਰਾ ਨਾਮ ਹਰਗੁਰਦੇਵ ਸਿੰਘ, ਰਿਟਾਇਰਡ ਸਬ ਇੰਸਪੈਕਟਰ। ਇਹ ਟੂਰਨਾਮੈਂਟ ਅਸੀਂ 44 ਸਾਲ ਤੋਂ ਲਗਾਤਾਰ ਕਰਵਾ ਰਹੇ ਹਾਂ ਬਾਬਾ ਰੋਡਾ ਸਪੋਰਟਸ ਕਲੱਬ ਦੇ ਨਾਂ ਤੇ। ਇਹ ਅਸੀਂ ਨੌਜਵਾਨ ਬੱਚਿਆਂ ਨੂੰ ਨਸ਼ਾ ਤੋਂ ਬਚਾਉਣ ਵਾਸਤੇ, ਸਿਹਤ ਨੂੰ ਸਾਂਭਣ ਵਾਸਤੇ ਅਸੀਂ ਇਹ ਟੂਰਨਾਮੈਂਟ ਕਰਵਾ ਰਹੇ ਹਾਂ ਵੀ ਬੱਚਿਆਂ ਨੂੰ ਉਤਸ਼ਾਹ ਬਣੇ। ਲਗਾਤਾਰ ਕਰਵਾ ਰਹੇ ਹਾਂ ਟੂਰਨਾਮੈਂਟ ਤੇ ਬੜਾ ਸਹਿਯੋਗ ਦੇ ਰਹੀ ਪਬਲਿਕ ਵੀ ਦੇ ਰਹੀ ਤੇ ਸਾਡਾ ਪਿੰਡ ਵੀ ਦੇ ਰਿਹਾ ਤੇ ਇਲਾਕਾ ਵੀ ਦੇ ਰਿਹਾ। ਸਾਨੂੰ ਇਹਨਾਂ ਦੇ ਵੀਰ ਸਹਿਯੋਗ ਦੇ ਰਹੇ ਨੇ। ਫਾਸਟ ਵੇ ਦੇ ਪਿਆਰੇ ਦਰਸ਼ਕੋ, ਅੱਜ ਅਸੀਂ ਤੁਹਾਨੂੰ ਬਾਬਾ ਰੋਡੇ ਸ਼ਾਹ ਜੀ ਦੇ ਦਰਸ਼ਨ ਕਰਵਾਏ। ਇਸ ਜਗ੍ਹਾ 'ਚ ਇੱਕ ਨਵੀਂ ਕਿਸਮ ਦੀ ਪ੍ਰਥਾ ਦੇਖਣ ਨੂੰ ਮਿਲੀ, ਜਿੱਥੇ ਸ਼ਰਾਬ ਚੜਾਈ ਜਾਂਦੀ ਹੈ ਔਰ ਸ਼ਰਾਬ ਦਾ ਹੀ ਪ੍ਰਸਾਦ ਦੇ ਰੂਪ ਦੇ ਵਿੱਚ ਲੋਕਾਂ ਨੂੰ ਵੰਡੀ ਜਾਂਦੀ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਧਰਮ ਦਾ ਸਰੂਪ ਦੇਖਣ ਨੂੰ ਮਿਲਦਾ ਹੈ। ਅਸੀਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ, ਭਾਰਤ ਭਿੰਨਤਾ ਦੇ ਵਿੱਚ ਏਕਤਾ ਦਾ ਪ੍ਰਤੀਕ ਹੈ। ਵੱਖ-ਵੱਖ ਧਰਮ, ਵੱਖ-ਵੱਖ ਸੰਸਥਾਵਾਂ ਔਰ ਵੱਖ-ਵੱਖ ਧਰਮ ਦੀ ਪਰੰਪਰਾਵਾਂ ਦੇ ਨਾਲ ਜੁੜਿਆ ਭਾਰਤ ਔਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇਹ ਆਪਣੇ ਆਪ ਦੇ ਵਿੱਚ ਅਨੋਖਾ ਮਜੀਠਾ ਦੇ ਕੋਲ ਵਸਿਆ ਭੂਮਾ ਪਿੰਡ, ਜਿੱਥੇ ਦੀ ਇਹ ਪ੍ਰਥਾ ਔਰ ਇਸ ਨੂੰ ਅਸੀਂ ਲੈ ਕੇ ਤੁਹਾਡੇ ਸਾਹਮਣੇ ਪ੍ਰਸਤੁਤੀ ਕੀਤੀ। ਅਸੀਂ ਕਿਸੇ ਵੀ ਤਰ੍ਹਾਂ ਨਸ਼ੇ ਨੂੰ ਪ੍ਰੋਤਸਾਹਿਤ ਨਹੀਂ ਕਰਦੇ। ਨਸ਼ਾ ਬੁਰੀ ਚੀਜ਼ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਇਹ ਪ੍ਰਸ਼ਾਦ ਦੇ ਤੌਰ ਤੇ ਠੀਕ ਹੈ, ਲੇਕਿਨ ਅਗਰ ਇਸ ਨੂੰ ਨਸ਼ੇ ਦੀ ਲੱਤ ਵਿੱਚ ਲਗਾ ਦਿੱਤਾ ਜਾਏ ਤੇ ਅੱਛਾ ਨਹੀਂ। ਲੇਕਿਨ ਧਰਮ ਅੱਗੇ ਵੀ ਤੁਹਾਨੂੰ ਦੱਸਿਆ ਆਸਥਾ ਤੇ ਖੜਾ ਹੈ, ਵਿਸ਼ਵਾਸ ਨਾਲ ਜੁੜਿਆ ਹੈ। ਲੋਕੀ ਇੱਥੇ ਆ ਕੇ ਮੰਨਤਾਂ ਮੰਗਦੇ ਨੇ, ਜਦੋਂ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਉਸ ਨੂੰ ਸ਼ਰਾਬ ਦੇ ਰੂਪ ਦੇ ਵਿੱਚ ਚੜਾਉਂਦੇ ਨੇ। ਇਹੀ ਅੱਜ ਦੀ ਸਾਡੀ ਪ੍ਰਸਤੁਤੀ ਸੀ। ਮੈਨੂੰ ਆਸ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਅਗਲੀ ਵਾਰ ਫਿਰ ਅਸੀਂ ਨਵਾਂ ਕਾਰਜਕ੍ਰਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਤਦ ਤੱਕ ਮੈਨੂੰ ਤੇ ਮੇਰੇ ਕੈਮਰਾਮੈਨ ਰਕੇਸ਼ ਕੁਮਾਰ ਨੂੰ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ।